कि एक तो है आर्म ट्विस्टिंग भी थोड़ी बांह मरोड़ के मैं थोड़े ते सैंक्शनस लगा रहा भी तू इस तरह ही करेंगा उस तरह ही करेंगा। वो रिलेशन नाल तुसी कभी किसी को कंट्रोल नहीं कर सकते। हुण जिवें यूक्रेनियनस अगेंस्ट हो गए रशिया के, उन्होंने तुसी जिन्ना मर्जी मारते रहो, कल्ले कल्ले बंदे नूं पकड़ के कंट्रोल करना बड़ा मुश्किल है। विद्रोह जिवें उत्थे शुरू हो गया। इत्थे तीन चीज़ां आपां समझीए, अमेरिका इस तरह ही करता रहा, डे वन तो ही इस तरह करता रहा कि थोड़ी बांह मरोड़दा, वो तुहानूं लड़वांदा, तुहानूं असला दिंदा, ਜਦੋਂ ਤੁਹਾਡੀ ਡਿਸਟਰਬ ਹੋ ਜਾਂਦੀ ਤਾਂ ਤੁਹਾਡੇ ਵਾਲੇ ਪੈਸੇ ਵੀ ਉੱਥੇ ਆ ਜਾਂਦੇ ਨੇ। ਤਾਂ ਪੂਰੀ ਗੇਮ ਇਸ ਤਰ੍ਹਾਂ ਹੀ ਖੇਡ, ਇੱਕ ਵਾਰੀ ਨਹੀਂ ਲਗਾਤਾਰ ਖੇਡਦਾ ਹੈ। ਅੱਜ ਦੀ ਘੜੀ ਦੇ ਵਿੱਚ ਰਸ਼ੀਆ ਐਂਡ ਅਮਰੀਕਾ ਇਜ਼ ਆਲਸੋ ਲਾਈਕ ਯੂਕਰੇਨ, ਜਦ ਕਿ ਪਹਿਲਾਂ ਇਹ ਐਕਸਕਲੂਡਡ ਰਹਿੰਦੇ ਸੀ, ਬਾਹਰ ਰਹਿੰਦੇ ਸੀ ਇਹ, ਔਰ ਲੋਕਾਂ ਨੂੰ ਲੜਵਾਉਂਦੇ ਸੀਗੇ ਨਾ। ਇਹ ਹੋ ਗਿਆ ਜਰਮਨ, ਹੋ ਗਿਆ ਜਰਮਨ ਤਾਂ ਫਿਰ ਵੀ ਵਨਰੇਬਲ ਸੀਗਾ, ਫਰਾਂਸ, ਇਟਲੀ, ਗ੍ਰੇਟ ਬ੍ਰਿਟੇਨ, ਕੈਨੇਡਾ, ਅਮਰੀਕਾ, ਰਸ਼ੀਆ ਇਹ ਬਾਹਰ ਬੈਠੇ ਆ, ਚਾਈਨਾ ਤਮਾਸ਼ਾ ਦੇਖ ਰਹੇ ਨੇ, ਹੋਰ ਕਿਸੇ ਵੀ ਕੰਟਰੀ ਨੂੰ ਕੁਛ ਵੀ ਮੁੱਦਾ ਬਣਾ ਕੇ ਲੜ ਰਹੇ ਨੇ, ਨੈਟੋ ਮਾਰ ਰਿਹਾ, ਸਭ ਹੋ ਰਿਹਾ, ਪੈਸਾ ਕੰਟਰੋਲ ਕਰ ਰਹੇ ਨੇ, ਸਭ ਕੁਝ ਕੰਟਰੋਲ ਕਰ ਰਹੇ। ਤੁਸੀਂ ਕੀ ਸੋਚੋਗੇ, ਕੀ ਬੋਲੋਗੇ, ਇਹ ਵੀ ਕੰਟਰੋਲ ਕਰ ਰਹੇ, ਕਿਉਂਕਿ ਮੀਡੀਆ ਸਾਰਾ ਕੰਟਰੋਲ ਕਰ ਰਹੇ ਨੇ, ਕਿਵੇਂ ਤੁਸੀਂ ਕਰੋ। ਬਟ ਅੱਜ ਇਹ ਕਹਾਣੀ ਹੋ ਗਈ ਕਿ ਨਾਓ ਵੀ ਆਰ ਆਲ ਇਨ ਦ ਸੇਮ ਬੋਟ। ਮੈਂ ਤੁਹਾਨੂੰ ਦੋ ਐਗਜ਼ਾਮਪਲਸ ਦੇਣਾ ਜਿਨ੍ਹਾਂ ਨੂੰ ਬੜੀ ਆਸਾਨੀ ਨਾਲ ਸਮਝਣਾ ਆਪਾਂ ਸਮਝ ਸਕਦੇ ਹਾਂ। ਤਾਂ ਫਸਟ ਵਰਲਡ ਇੱਧਰ ਹੈ, ਸੈਕਿੰਡ ਵਰਲਡ ਇੱਧਰ ਹੈ, ਵਿਚਾਲੇ ਸਾਡੇ ਹਿੰਦੁਸਤਾਨ ਦੀ ਚੁੰਝ ਹੈ। ਜਿਵੇਂ ਅਸੀਂ ਪਹਿਲਾਂ ਗੱਲ ਕਰੀ ਕਿ ਜਿਹੜੇ ਜਹਾਜ਼ ਨੇ ਉਹ ਸ਼ਾਰਟ ਕੰਬੈਕਟ ਵਾਸਤੇ ਨੇ, ਗਏ ਮਾਰਿਆ ਵਾਪਸ। ਤਾਂ ਹੁਣ ਅਮਰੀਕਾ ਇੱਥੇ ਬੈਠਾ, ਰਸ਼ੀਆ ਇੱਥੇ ਬੈਠਾ, ਵਿਚਾਲੇ ਹਿੰਦੁਸਤਾਨ ਹੈ। ਤਾਂ ਅਮਰੀਕਾ ਨੇ ਅਪਰੋਚ ਕੀਤਾ ਹਿੰਦੁਸਤਾਨ ਨੂੰ ਕਿ ਤੂੰ ਆ ਜਿਹੜੀ ਥੱਲੇ ਤੇਰੀ ਪੀਕ ਹੈ ਨਾ, ਤਾਮਿਲਨਾਡੂ ਵਾਲੇ ਪਾਸੇ ਚੁੰਝ ਜੀ ਹੈ, ਵੀ ਉੱਥੇ ਮੈਨੂੰ ਥੋੜ੍ਹੀ ਜਗ੍ਹਾ ਦੇ, ਮੈਂ ਰੇਡੀਓ ਸਟੇਸ਼ਨ ਵਗੈਰਾ ਬਣਾਊਂਗਾ ਉੱਥੇ, ਤੂੰ ਵੀ ਯੂਜ਼ ਕਰੀ ਜਾਈਂ ਹਾਰਬਰ। ਉਹਦੇ ਮਗਰ ਮਸਲਾ ਇਹ ਸੀਗਾ ਕਿ ਜੇ ਉਹ ਇੱਥੇ ਬੈਠ ਜਾਂਦਾ ਤਾਂ ਰਸ਼ੀਆ ਤੋਂ ਜੇ ਕੋਈ ਵਾਰਸ਼ਿਪ ਮੂਵ ਕਰਦੀ ਹੈ, ਕਿਉਂਕਿ ਆਪਣੇ ਹਵਾਈ ਜਹਾਜ਼ ਲੈ ਕੇ ਆਊਗਾ ਤਾਂ ਹੀ ਤਾਂ ਅਟੈਕ ਕਰੂਗਾ ਨਾ, ਉੱਪਰੋਂ ਤਾਂ ਸਮੁੰਦਰ ਜੰਮਿਆ ਹੋਇਆ, ਅਤੇ ਮੈਨੂੰ ਇੱਥੋਂ ਹੀ ਪਤਾ ਲੱਗ ਜੂ, ਮੈਂ ਇੱਥੋਂ ਹੀ ਰੋਕੂੰਗਾ। ਤਾਂ ਮੈਨੂੰ ਇਹਦੇ 'ਤੇ ਨਿਗਾਹ ਰੱਖਣ ਵਾਸਤੇ ਇੱਥੇ ਜਗ੍ਹਾ ਚਾਹੀਦੀ ਹੈ। ਤੋ ਇੰਡੀਆ ਨੇ ਮਨਾ ਕਰਤਾ, ਕਹਿੰਦਾ ਵੀ ਮੈਂ ਤਾਂ ਤੁਹਾਡੇ ਝੰਜਟ 'ਚ ਨਹੀਂ ਪੈਂਦਾ। ਜਿਵੇਂ ਹੁਣ ਯੂਕਰੇਨ ਵੇਲੇ ਵੀ ਨੋਨ ਅਲਾਈਜ਼ਿੰਗ ਉਹਨਾਂ ਨੇ ਰੱਖਿਆ ਵੀ ਮੈਂ ਨਹੀਂ ਕਰ ਸਕਦਾ ਇਹ। ਤਾਂ ਅਮਰੀਕਾ ਟਲਣ ਵਾਲਾ ਤਾਂ ਹੈ ਨਹੀਂ, ਕਿਉਂਕਿ ਉਹਨੂੰ ਇਹ ਇੱਥੋਂ ਦੇਖਣਾ ਬੈਠ ਕੇ। ਤਾਂ ਉਹਨੇ ਕੀ ਕੀਤਾ, ਸ਼੍ਰੀਲੰਕਾ ਨੂੰ ਅਪਰੋਚ ਕੀਤਾ। ਸ਼੍ਰੀਲੰਕਾ ਦੀ ਜਿਹੜੀ ਥੱਲੇ ਵਾਲੀ ਗੋਲਾਈ ਹੈ, ਇੱਥੇ ਹਨੂੰਮਨ ਟੁੱਟਾ ਜਿਹੜੀ ਬੰਦਰਗਾਹ, ਉਹਨੇ ਆ ਕੇ ਉਵੇਂ ਹੀ ਕਰਨੇ। ਸਭ ਤੋਂ ਪਹਿਲੇ NGOs ਨੂੰ ਉਤਾਰਦੇ ਆ, ਦ੍ਰਿਸ਼ਟਾਂਤ ਦਿੰਦੇ ਆ ਕਿ ਅਸੀਂ ਤੁਹਾਡੇ ਬੰਦੇ ਹਾਂ ਯਾਰ, ਬੋਲੋ ਤੁਹਾਨੂੰ ਕੀ ਚਾਹੀਦਾ, ਹੈ ਨਾ। ਅਤੇ ਉਹ ਕਰਕੇ ਉਹ ਫਰੈਂਡਲੀ ਜਿਹਾ ਬਣ ਗਿਆ ਕੰਮ। ਅਤੇ ਹੌਲੀ ਹੌਲੀ ਫਿਰ ਉਹਨਾਂ ਨੇ ਕਿਹਾ ਯਾਰ ਇਹ ਸਾਨੂੰ ਬੰਦਰਗਾਹ ਬਣਾ ਲੈਣ ਦੇ, ਵੀ ਤੂੰ ਵੀ ਵਰਤੀ ਜਾਈਂ, ਅਸੀਂ ਵੀ ਵਰਤਾਂਗੇ। ਉਹ ਕਹਿੰਦੇ ਠੀਕ ਹੈ ਕਰ ਲਓ, ਕਿਉਂਕਿ ਸਾਰੇ ਨਹੀਂ, ਜਨਰਲਾਈਜ਼ ਨਹੀਂ ਕਰਦਾ, ਬਟ ਮੈਕਸੀਮਮ ਜਿਹੜੇ NGOs ਨੇ ਉਹਨਾਂ ਦੇ ਹਿਡਨ ਏਜੰਡੇ ਹੁੰਦੇ ਨੇ, ਉਹ ਮਾਸ ਹਿਸਟੀਰੀਆ ਫੈਲਾਉਣ ਵਾਸਤੇ ਹੁੰਦੇ ਨੇ। ਗੁੱਡ ਦੇ ਨਾਮ ਦੇ ਵਿੱਚ, ਲੋਕਾਂ ਨੂੰ ਕਮਜ਼ੋਰ ਬਣਾਉਣ ਦੇ ਵਿੱਚ, ਜਾਂ ਆਪਸ ਲੜਾਉਣ ਦੇ ਵਾਸਤੇ ਇਤਿਹਾਸ ਗਵਾਹ ਹੈ ਇਸ ਤਰ੍ਹਾਂ ਹੀ ਯੂਜ਼ ਹੁੰਦੇ ਆਏ ਨੇ, ਅਤੇ ਅੱਜ ਵੀ ਹੁੰਦੇ ਨੇ। ਵਿੱਚ ਠੀਕ ਵੀ ਹੋਣਗੇ ਜਿਹੜੇ ਚੰਗਾ ਕੰਮ ਵੀ ਕਰਦੇ ਨੇ, ਤੁਸੀਂ ਜਨਰਲਾਈਜ਼ ਤਾਂ ਕਿਸੇ ਚੀਜ਼ ਨੂੰ ਕਰ ਨਹੀਂ ਸਕਦੇ, ਬਟ ਬਹੁਤਾਤ ਇਸ ਤਰ੍ਹਾਂ ਦੀ ਹੈ। ਤਾਂ ਹੁਣ ਜਦੋਂ ਇੱਥੇ ਇਹ ਰੌਲਾ ਪੈ ਗਿਆ ਤਾਂ ਰਸ਼ੀਆ ਨੂੰ ਪਤਾ ਲੱਗਿਆ ਵੀ ਇਹ ਗੜਬੜ ਹੈ। ਉਹਨੇ ਇੰਡੀਆ ਨੂੰ ਕਿਹਾ ਕਿ ਯਾਰ ਇਹਨਾਂ ਨੂੰ ਇੱਥੇ ਨਾ ਬੈਠਣ ਦੀ, ਇਹ ਤਾਂ ਤੁਹਾਡੀਆਂ ਜੜ੍ਹਾਂ 'ਚ ਵੀ ਬਹਿ ਗਏ ਅਤੇ ਸਾਡੀਆਂ ਜੜ੍ਹਾਂ 'ਚ ਵੀ ਬਹਿ ਗਏ। ਤਾਂ ਫਿਰ ਕਿਵੇਂ ਮਸਲੇ ਕ੍ਰੀਏਟ ਕੀਤੇ ਜਾਂਦੇ ਨੇ ਰਿਲੀਜਨ ਦੇ ਨਾਮ ਦੇ ਉੱਤੇ। ਕਿਸੇ ਯੂਕਰੇਨ ਦੇ ਵਿੱਚ ਵੀ ਹੁਣ ਆਰਥੋਡਾਕਸ ਕ੍ਰਿਸਚਨ ਜਿਹੜਾ ਰਿਲੀਜਨ ਹੈ ਉਹਦੀ ਗੱਲ, ਉਹ ਵੀ ਇੱਕ ਮੈਟਰ ਹੈ, ਉਹਦੇ 'ਤੇ ਆਪਾਂ ਬਾਅਦ 'ਚ ਗੱਲ ਕਰਾਂਗੇ। ਤਾਂ ਸ਼੍ਰੀਲੰਕਾ ਦੇ ਉੱਪਰਲੇ ਇੱਕ ਹਿੱਸੇ ਦੇ ਵਿੱਚ ਤਮੇਲੀਅਨਸ ਦੀ ਪਾਪੂਲੇਸ਼ਨ ਜ਼ਿਆਦਾ ਹੈ। ਜਿਵੇਂ ਆਪਣੇ ਤਾਮਿਲਨਾਡੂ ਦੇ ਵਿੱਚ ਜਿਹੜੇ ਉਹ ਰਹਿੰਦੇ ਤਮੇਲੀਅਨਸ, ਤਾਂ ਤਮੇਲੀਅਨ ਤਾਂ ਤਮੇਲੀਅਨ ਹੀ ਹੈ ਨਾ। ਮਤਲਬ ਹੁਣ ਜੇ ਤੁਸੀਂ ਜਿਵੇਂ ਸਿੱਖ ਭਾਈਚਾਰਾ ਲਾ ਲਓ, ਹਿੰਦੂ ਭਾਈਚਾਰਾ, ਮੁਸਲਿਮ ਭਾਈਚਾਰਾ, ਇਸ ਤਰ੍ਹਾਂ ਇੱਕ ਭਾਈਚਾਰਾ ਉਹ, ਬੇਸ਼ੱਕ ਉਹ ਅਲੱਗ-ਅਲੱਗ ਉਹਦੇ 'ਤੇ ਰਹਿ ਰਹੇ ਨੇ। ਇੱਥੇ ਤੁਹਾਡਾ ਪ੍ਰਭਾਕਰਨ ਦਾ ਨਾਮ ਅਸੀਂ ਸਾਰਿਆਂ ਨੇ ਸੁਣਿਆ। ਉਹਨਾਂ ਨੇ ਡਿਮਾਂਡ ਚੱਕੀ ਸੀਗੀ ਕਿ ਸਾਨੂੰ ਆਪਣੀ ਸਟੇਟ ਚਾਹੀਦੀ ਹੈ। ਜਿਵੇਂ ਹਿੰਦੁਸਤਾਨ 'ਚ ਵੀ ਅਲੱਗ-ਅਲੱਗ ਜਗ੍ਹਾ ਆਪਾਂ ਰੋਜ਼ ਹੀ ਸੁਣਦੇ ਹਾਂ, ਕਹਿੰਦੇ ਜੀ ਸਾਨੂੰ ਆਪਣੀ ਖੁਦ ਮੁਖਤਿਆਰੀ, ਆਪਣੀ ਸਟੇਟ ਚਾਹੀਦੀ ਹੈ। ਇੱਕ ਨਹੀਂ, ਬਹੁਤ ਸਾਰੇ। ਅਤੇ ਉਵੇਂ ਹੀ ਇਹ ਕਹਿੰਦਾ ਸੀ, ਇਹਨਾਂ ਕੋਲ ਆਪਣੇ ਹੈਲੀਕਾਪਟਰ ਸੀਗਾ, ਏਅਰਫੋਰਸ ਸੀਗਾ। ਮਤਲਬ ਐਡਾ ਜ਼ਬਰਦਸਤ, ਇਹਨੂੰ ਜੇ ਤੁਸੀਂ ਐਕਸਟਰੀਮਿਸਟ ਕਹਿਣਾ, ਅੱਤਵਾਦੀ ਕਹਿਣਾ, ਉਹ ਤੁਹਾਡੀ ਮਰਜ਼ੀ ਹੈ, ਕ੍ਰਾਂਤੀਕਾਰੀ ਕਹਿਣਾ, ਉਹ ਤਾਂ ਹਰ ਬੰਦਾ ਆਪਣੇ ਹਿਸਾਬ ਨਾਲ ਉਹਨੂੰ ਜਸਟੀਫਾਈ ਕਰਦਾ। ਤਾਂ ਇੰਡੀਆ ਨੇ ਇਹਨਾਂ ਨੂੰ ਥਾਪੀ ਦੇ ਦਿੱਤੀ। ਮਤਲਬ ਇਹ ਇੱਕ ਦਾਗ ਹਿੰਦੁਸਤਾਨ ਦੇ ਸਿਰ ਦੇ ਉੱਤੇ ਹੈ। ਇਹ ਉਹਨਾਂ ਨੇ ਇਹਨਾਂ ਥਾਪੀ ਦੇ ਦਿੱਤੀ ਵੀ ਚੱਕ ਦੋ ਫੱਟੇ। ਹੁਣ ਜਦ ਇਹਨਾਂ ਨੂੰ ਸਪੋਰਟ ਮਿਲ ਗਈ ਤਾਂ ਇਹਨਾਂ ਨੇ ਮਾਰਨਾ ਸ਼ੁਰੂ ਕੀਤਾ।
तो ਜਿਹੜੇ ਉੱਥੇ ਦੇ ਨੇਟਿਵ ਵਾਸੀ ਨੇ ਸ਼੍ਰੀਲੰਕਾ ਵਾਲੇ ਉਹ ਤਾਂ ਇੰਡੀਆ ਦੇ ਅਗੇਂਸਟ ਹੋ ਹੀ ਗਏ ਵੀ ਇੰਡੀਆ ਬਦਮਾਸ਼ੀ ਕਰ ਰਿਹਾ, ਸਾਨੂੰ ਮਰਵਾ ਰਿਹਾ। ਬੜੇ ਇੰਨੇ ਸਟਰੋਂਗ ਨੇ, ਇਹਨਾਂ ਨੇ ਕੁੱਟਦੇ ਲੋਕ ਨਾ, ਇਹ ਸਮਝ ਲਓ ਵੀ ਆਲਮੋਸਟ ਸ਼੍ਰੀਲੰਕਾ ਸਾਰਾ ਹੀ ਫਤਿਹ ਕਰ ਲਿਆ ਸੀ, ਇੰਨਾ ਕਿ ਰਹਿ ਗਿਆ। ਤਾਂ ਸ਼੍ਰੀਲੰਕਨਸ ਨੇ ਫਿਰ ਅਪਰੋਚ ਕੀਤਾ ਇੰਡੀਅਨ ਗੌਰਮੈਂਟ ਨੂੰ। ਇਹ ਸਾਰੀਆਂ ਅੰਡਰ ਦ ਟੇਬਲ ਚੀਜ਼ਾਂ ਹੁੰਦੀਆਂ ਨੇ, ਬਟ ਇਹ ਦਰਜ ਨੇ ਇਤਿਹਾਸ ਦੇ ਵਿੱਚ ਵੀ ਕਿਉਂ ਤੂੰ ਸਾਨੂੰ ਬਰਬਾਦ ਕਰਨ 'ਤੇ ਤੁਲਿਆ। ਤਾਂ ਇੰਡੀਆ ਨੇ ਉਹਨੂੰ ਕਿਹਾ ਕਿ ਇਹਨਾਂ ਨੂੰ ਭਜਾ ਅਮਰੀਕਨਸ ਨੂੰ ਇੱਥੋਂ। ਉਹਨੇ ਅਮੈਰੀਕਨਸ ਭਜਾਤੇ, ਅਤੇ ਜਦੋਂ ਅਮੈਰੀਕਨਸ ਨੂੰ ਭਜਾਤਾ, ਹੁਣ ਇਹਨਾਂ ਨੇ ਕਿਹਾ ਇੰਡੀਆ ਨੂੰ ਵੀ ਇਹਨੂੰ ਪ੍ਰਭਾਕਰਨ ਨੂੰ ਕਹੋ। ਪ੍ਰਭਾਕਰਨ ਕਿਤੇ ਸੁਣਦਾ, ਤੁਸੀਂ ਰਾਖਸ਼ ਪੈਦਾ ਤਾਂ ਕਰ ਸਕਦੇ ਹੋ, ਕਈ ਹੋਏ ਨੇ ਹਿੰਦੁਸਤਾਨ 'ਚ ਵੀ ਹੋਏ ਨੇ, ਬਾਹਰਲੇ ਮੁਲਕਾਂ ਦੇ ਸਿੱਧਾ ਉਹ ਫਿਰ ਆਊਟ ਆਫ ਕੰਟਰੋਲ ਹੋ ਜਾਂਦੇ ਨੇ, ਉਹ ਪਿੱਛੇ ਵੀ ਨਹੀਂ ਮੁੜ ਸਕਦੇ, ਲੋਕ ਉਹਨਾਂ ਦੇ ਮਗਰ ਹੁੰਦੇ ਨੇ। ਉਹ ਮੰਨੇ ਨਾ। ਹੁਣ ਜਦੋਂ ਮੰਨਿਆ ਨਹੀਂ ਉਹ, ਤਾਂ ਇੰਡੀਆ ਨੇ ਆਪਣੀਆਂ ਆਰਮਡ ਫੋਰਸਿਸ ਭੇਜੀਆਂ। ਆਰਮਡ ਫੋਰਸਿਸ ਦੇ ਸਾਹਮਣੇ ਥੋੜ੍ਹਾ ਕੋਈ ਗੁੱਟ ਚੱਲੂਗਾ, ਤਾਂ ਉਹਨੂੰ ਮਾਰਤਾ। ਹੁਣ ਸਿਚੁਏਸ਼ਨ ਸਮਝੋ, ਸ਼੍ਰੀਲੰਕਨਸ ਤੁਹਾਡੇ ਅਗੇਂਸਟ ਹੋਏ ਨੇ ਕਿਉਂਕਿ ਇੰਡੀਆ ਨੇ ਇਹਨੂੰ LTTE ਨੂੰ ਸਪੋਰਟ ਕੀਤਾ। LTTE ਵਾਲੇ ਔਰ ਇੰਡੀਅਨ ਤਮੈਲੀਅਨਸ ਤੁਹਾਡੇ ਅਗੇਂਸਟ ਹੋ ਗਏ ਕਿ ਤੁਸੀਂ ਸਾਨੂੰ ਮਾਰਿਆ, ਤਾਂ ਸਾਰੇ ਹੀ ਅਗੇਂਸਟ ਹੋ ਗਏ। ਤਾਂ ਫਿਰ ਇਹ ਸਾਰਾ ਕੁਛ ਪੈਚਅਪ ਕਰਨ ਵਾਸਤੇ ਜਦੋਂ ਸਾਡੇ ਉਦੋਂ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਜਦੋਂ ਗਏ ਨੇ ਉੱਥੇ ਗਾਰਡ ਆਫ ਆਨਰ ਲੈਣ ਵੇਲੇ, ਉਹ ਬੰਦੇ ਨੇ ਬੱਟ ਮਾਰਿਆ। ਉਹ ਸ਼੍ਰੀਲੰਕਨ ਸੀਗਾ, ਉਹਨੂੰ ਇਹ ਸੀ ਵੀ ਮੈਂ ਇਹਨੂੰ ਮਾਰਨਾ। ਉਹ ਸਿਰ 'ਤੇ ਨਹੀਂ ਵੱਜਿਆ, ਮੋਢੇ 'ਤੇ ਵੱਜਿਆ, ਚਲੋ ਬਚ ਗਏ। ਲੇਕਿਨ ਬਾਅਦ ਦੇ ਵਿੱਚ LTTE ਨੇ ਉਹਨਾਂ ਨੂੰ ਖ਼ਤਮ ਕਰਤਾ, ਤਬਾਹ ਕਰਤਾ। ਤੋ ਕੰਟਰੀ ਦੇ ਅੰਦਰ ਅਨਰੈਸਟ ਕਿਵੇਂ ਪੈਦਾ ਕਰਨੀ ਹੈ, ਖੁਦ ਹੀ ਕਿਵੇਂ ਲੜਾਈ ਕਰਨੀ ਹੈ। ਇਸ ਤੋਂ ਅਗਲਾ ਉਦਾਹਰਣ ਜਿਹੜਾ ਤੁਹਾਡਾ ਬਣਦਾ ਉਹ ਨੇਪਾਲ। ਹੁਣ ਨੇਪਾਲ ਦੇ ਵਿੱਚ ਨਾ ਬਹੁਤ ਲੋਕ ਨਹੀਂ ਰਹਿੰਦੇ, ਪਹਾੜੀ ਇਲਾਕਾ। ਤੋ US ਨੂੰ ਇਹ ਲੱਗਾ ਕਿ ਸਾਡਾ ਇੱਕ ਇੱਥੇ ਜੇ ਸਟੇਸ਼ਨ ਹੋ ਜਾਵੇ ਤਾਂ ਬਹੁਤ ਵਧੀਆ। ਇੱਧਰੋਂ ਇੰਡੀਆ ਵੀ ਨੇੜੇ ਹੋ ਗਿਆ, ਉਹ ਹੁਣ ਇੰਡੀਆ ਨਾਲ ਵੀ ਖੁੰਦਾ ਕਿ ਉਹਦੀ ਚਾਈਨਾ ਹੋ ਗਿਆ, ਰਸ਼ੀਆ ਹੋ ਗਿਆ, ਵੀ ਇੱਥੇ ਅਸੀਂ ਕੇਅਰ ਬੇਸ ਬਣਾਉਂਦੇ ਹਾਂ। ਅਗੇਨ ਉੱਥੇ NGOs ਭੇਜੇ, ਉੱਥੇ ਆਇਡੈਂਟੀਫਾਈ ਕੀਤਾ ਗਿਆ ਕਿ ਇੱਥੇ ਅੱਖਾਂ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ। ਤੋ ਡਾਕਟਰਸ ਭੇਜੇ, ਪੈਸੇ ਭੇਜੇ, ਉਹਨਾਂ ਨੇ ਸਾਰਾ। ਫਿਰ ਫੋਰਨ ਫੰਡਿੰਗ ਵੀ ਆਉਣ ਲੱਗ ਜਾਂਦੀ ਹੈ, ਹਿੰਦੁਸਤਾਨ 'ਚ ਵੀ ਆਉਂਦੀ ਹੈ, ਆਲ ਦਿਸ ਗੁੱਡੀ ਥਿੰਗਸ। ਤੋ ਉਹ ਮੀਡੀਆ ਨੂੰ ਵੀ ਸਪੋਰਟ ਕਰਦੇ ਨੇ। ਜਿਹੜੀ ਇੱਕ ਖਾਸ ਤਰ੍ਹਾਂ ਦੀ ਗੱਲ ਕਰਦਾ, ਉਹਨੂੰ ਤੁਸੀਂ ਗੋਦੀ ਮੀਡੀਆ ਕਹੋ, ਉਹਨੂੰ ਤੁਸੀਂ ਸੋਸ਼ਲ ਮੀਡੀਆ ਕਹੋ, ਮਤਲਬ ਇਨਫਲੂਐਂਸ ਹੁੰਦਾ ਸਾਰਾ ਦਾ ਸਾਰਾ। ਤੋ ਉੱਥੇ NGOs ਗਏ, ਉਹਨਾਂ ਨੇ ਸਪੋਰਟ ਕਰਨਾ ਸ਼ੁਰੂ ਕੀਤਾ। ਅਤੇ ਹੌਲੀ ਹੌਲੀ ਨੇਪਾਲ ਉਸ ਵੇਲੇ ਰਾਜ ਕਰਦਾ ਉੱਥੇ ਨੇਪਾਲ ਦੇ ਵਿੱਚ। ਅਤੇ ਰਾਜੇ ਨੂੰ ਇਹਨਾਂ ਨੇ ਕਿਹਾ ਕਿ ਯਾਰ ਕਿੱਥੇ ਅਸੀਂ ਬਣਾ ਲਈਏ ਏਅਰਬੇਸ, ਤੇਰੀ ਤਰੱਕੀ ਕਰ ਰਹੇ ਹਾਂ, ਤੂੰ ਵੀ ਵਰਤੀ ਨਹੀਂ। ਉਹ ਕਹਿੰਦਾ ਬਣਾ ਲਓ। ਹੁਣ ਚਾਈਨਾ ਨੂੰ ਪਤਾ ਲੱਗਿਆ ਕਿ ਜੇ ਇੱਥੇ ਏਅਰਬੇਸ ਬਣਾਉਣਗੇ ਤਾਂ ਸਾਡੀ ਅਸੀਂ ਫਿਰਨਗੇ। ਤਾਂ ਚਾਈਨਾ ਨੇ ਕੀ ਕੀਤਾ, ਉਸ ਵੇਲੇ ਲਿਨਸਾਓ ਮਾਓ ਕਰਕੇ ਉੱਥੇ ਉਹਨਾਂ ਦਾ ਜਿਹੜਾ ਟਰਾਈਬ ਸੀਗਾ, ਮਾਓਜ਼ ਜਿਹੜੇ ਨੇ, ਉਹਨਾਂ ਨੂੰ ਨੇਪਾਲ 'ਚ ਘੁਸਾਤਾ। ਔਰ ਉੱਥੇ ਇਸ਼ੂ ਇਹ ਕ੍ਰੀਏਟ ਕਰਤਾ, ਜਿਵੇਂ ਮੁੱਦੇ ਕ੍ਰੀਏਟ ਹੁੰਦੇ ਨਾ, ਕਿਸੇ ਵੀ ਚੀਜ਼ ਦਾ ਮੁੱਦਾ ਕ੍ਰੀਏਟ ਕਰ ਲਓ, ਕਿ ਉਹ ਮੁੱਦਾ ਕ੍ਰੀਏਟ ਕਰਤਾ ਕਿ ਵੀ ਤੂੰ ਰਾਜਾ ਹਟਾਓ ਅਤੇ ਸਾਨੂੰ ਡੈਮੋਕ੍ਰੇਸੀ ਚਾਹੀਦੀ ਹੈ। ਪੂਰਾ ਉਹਨਾਂ ਨੇ ਨੇਪਾਲ ਦੇ ਵਿੱਚ ਲੜਾ ਕਰਾਤੀ। ਉਹਨਾਂ ਕੋਲ ਬੰਦੂਕਾਂ, ਗੋਲੀਆਂ, ਕੋਈ ਦਿੱਕਤ ਨਹੀਂ ਹੈ। ਫਿਰ ਨੇਪਾਲ ਨੇ ਅਪਰੋਚ ਕਰਿਆ ਚਾਈਨਾ ਨੂੰ ਕਿ ਵੀ ਇਹ ਸਾਡੀ ਤੁਸੀਂ ਪ੍ਰੋਬਲਮ ਦਾ ਹੱਲ ਕਰੋ। ਉਹ ਕਹਿੰਦੇ ਪਹਿਲਾਂ ਅਮਰੀਕਾ ਤੂੰ ਸਾਡੇ ਸਿਰ 'ਤੇ ਬਿਠਾਇਆ, ਉੱਥੋਂ ਅਮਰੀਕਾ ਨੂੰ ਭਜਾਇਆ, ਅਤੇ ਮੁੜ ਕੇ ਫਿਰ ਇਹ ਕਹਿੰਦੇ ਹੁਣ ਮਾਓ ਦਾ ਹੱਲ ਕਰੋ। ਚਾਈਨਾ ਸਾਡੇ ਨਾਲ ਸਿਆਣਾ ਮੁੱਕਰ ਗਿਆ, ਕਹਿੰਦੇ ਸਾਡੇ ਤਾਂ ਹੈ ਹੀ ਨਹੀਂ ਇਹ। ਤਾਂ ਉੱਧਰੋਂ ਮਾਓਵਾਦੀ ਜਿਹੜੇ ਹੁਣ ਸਾਡੇ ਅੰਦਰ ਨੈਕਸਲਾਈਟਸ ਬੜੇ ਨੇ ਸਾਰੇ। ਤਾਂ ਹੁੰਦਾ ਕੀ ਹੈ ਕਿ ਸਮੇਂ ਦੇ ਉੱਪਰ ਜਿਹੜੀ ਕੰਟਰੀ ਦੇ ਵਿੱਚ ਉਹਨਾਂ ਨੇ ਅਨਰੈਸਟ ਕ੍ਰੀਏਟ ਕਰਨਾ ਹੋਵੇ, ਉਹਦੇ ਵਿੱਚ ਕੋਈ ਨਾ ਕੋਈ ਮੁੱਦਾ ਕ੍ਰੀਏਟ ਕਰਦੇ ਸਿਵਿਲੀਅਨਸ ਦੇ ਅੰਦਰ ਹੀ। ਸਿਵਿਲੀਅਨਸ ਨੂੰ ਵੰਡ ਦਿੰਦੇ ਨੇ, ਨੋਰਮਲੀ ਰਿਲੀਜਨ ਦੇ ਨਾਮ 'ਤੇ ਜਾਂ ਹੋਰ ਜੋ ਵੀ ਟੂਲ ਹੈਗਾ। ਫਿਰ ਉੱਥੇ ਦੇ ਲੋਕ ਜਦੋਂ ਕਮਜ਼ੋਰ ਹੁੰਦੇ ਨੇ, ਉਹਨਾਂ ਦੀ ਆਰਥਿਕ ਹਾਲਤ ਮਾੜੀ ਹੁੰਦੀ ਹੈ, ਅਤੇ ਫਿਰ ਇਹ ਵਿਦਰੋਹ ਅੱਗੇ ਵੱਧਦੇ ਨੇ। ਜਿਵੇਂ ਜਿਹੜਾ ਹੁਣ ਤੁਹਾਡਾ ਯੂਕਰੇਨ ਹੈ, ਇਹ ਬਹੁਤ ਪਾਵਰਫੁਲ ਹੋ ਗਿਆ, ਬਹੁਤ ਪ੍ਰੋਸਪਰਸ, ਸਭ ਤੋਂ ਬੜਾ ਜਹਾਜ਼ ਉੱਥੇ, ਸਾਰਾ ਕੁਛ। ਪਰ ਇਹ ਬਿਲਕੁਲ ਰਸ਼ੀਆ ਦੀ ਬਾਰਡਰ ਦੇ ਉੱਤੇ ਖੜ੍ਹਾ ਇਹ। ਤਾਂ ਨਾਟੋ ਦੇ ਨਾਲ ਇਹਨਾਂ ਦੀ ਗੱਲ ਤੈਅ ਹੋ ਗਈ ਸੀ ਕਿ ਜਦੋਂ ਗਰਬਾਚੌਫ ਸੀ, ਉਦੋਂ ਇਹ ਗੱਲ ਤੈਅ ਹੋਈ ਸੀ ਕਿ ਤੁਸੀਂ ਆਪਣਾ ਵਾਰਸੋ ਖ਼ਤਮ ਕਰ ਦਿਓ, ਅਤੇ ਅਸੀਂ ਜਿਹੜਾ ਨੈਟੋ ਹੈਗਾ ਇਹ ਅਸੀਂ ਖ਼ਤਮ ਕਰ ਦਾਂਗੇ। ਅਸੀਂ ਤੁਹਾਡੇ ਵੱਲ 1 ਇੰਚ ਵੀ ਨਹੀਂ ਵਧਾਂਗੇ ਈਸਟ ਵਾਲੇ ਪਾਸੇ, ਜਿੰਨੇ ਅਸੀਂ ਹੈਗੇ ਹਾਂ ਅਸੀਂ ਹੋਗੇ, ਤੁਸੀਂ ਜਿਹੜੇ ਹੈਗੇ ਹੋ ਉਹ ਤੁਸੀਂ ਕਰ ਲਓ। ਉਹਨੇ ਵਾਰਸੋ ਖ਼ਤਮ ਕਰਤਾ, ਲੇਕਿਨ ਨੈਟੋ ਨੇ ਨਹੀਂ ਖ਼ਤਮ ਕੀਤਾ। ਸਿਰਫ ਇੰਨਾ ਹੀ ਨਹੀਂ, ਬਹੁਤ ਸਾਰੇ MOU ਸਾਈਨ ਕਰਕੇ ਆਪਣੇ ਆਪ ਨੂੰ ਅੱਗੇ ਵਧਾਉਂਦਾ ਰਿਹਾ।
ਇਹਦੇ ਵਿੱਚ ਇੱਕ ਚੀਜ਼ ਹੋਰ ਸਮਝਣ ਵਾਲੀ ਹੈ, ਉਹ ਇਹ ਸਮਝਣ ਵਾਲੀ ਹੈ ਕਿ ਇੱਕ ਤਾਂ ਹੈ ਆਰਮ ਟਵਿਸਟਿੰਗ, ਵੀ ਤੁਹਾਡੀ ਬਾਂਹ ਮਰੋੜ ਕੇ ਮੈਂ ਤੁਹਾਡੇ 'ਤੇ ਸੈਂਕਸ਼ਨਸ ਲਗਾ ਰਿਹਾ ਵੀ ਤੂੰ ਇਸ ਤਰ੍ਹਾਂ ਹੀ ਕਰੇਂਗਾ, ਉਸ ਤਰ੍ਹਾਂ ਹੀ ਕਰੇਂਗਾ। ਉਹ ਰਿਲੇਸ਼ਨ ਨਾਲ ਤੁਸੀਂ ਕਦੀ ਕਿਸੇ ਨੂੰ ਕੰਟਰੋਲ ਨਹੀਂ ਕਰ ਸਕਦੇ। ਹੁਣ ਜਿਵੇਂ ਯੂਕਰੇਨੀਅਨਸ ਅਗੇਂਸਟ ਹੋ ਗਏ ਰਸ਼ੀਆ ਦੇ, ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਮਾਰਦੇ ਰਹੋ, ਇਕੱਲੇ ਬੰਦੇ ਨੂੰ ਪਕੜ ਕੇ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੈ। ਉਹ ਵਿਦਰੋਹ ਜਿਵੇਂ ਉੱਥੇ ਸ਼ੁਰੂ ਹੋ ਗਿਆ। ਇੱਥੇ 3 ਚੀਜ਼ਾਂ ਆਪਾਂ ਸਮਝੀਏ। ਇਹ ਅਮਰੀਕਾ ਇਸ ਤਰ੍ਹਾਂ ਹੀ ਕਰਦਾ ਰਿਹਾ, ਡੇ 1 ਤੋਂ ਹੀ ਇਸ ਤਰ੍ਹਾਂ ਕਰਦਾ ਰਿਹਾ ਕਿ ਤੁਹਾਡੀ ਬਾਂਹ ਮਰੋੜਦਾ, ਉਹ ਤੁਹਾਨੂੰ ਲੜਵਾਉਂਦਾ, ਤੁਹਾਨੂੰ ਅਸਲਾ ਦਿੰਦਾ। ਜਦੋਂ ਤੁਹਾਡੀ ਡਿਸਟਰਬ ਹੋ ਜਾਂਦੀ ਤਾਂ ਤੁਹਾਡੇ ਵਾਲੇ ਪੈਸੇ ਵੀ ਉੱਥੇ ਆ ਜਾਂਦੇ ਨੇ, ਤਾਂ ਪੂਰੀ ਗੇਮ ਉਹ ਇਸ ਤਰ੍ਹਾਂ ਹੀ ਇੱਕ ਵਾਰੀ ਨਹੀਂ, ਲਗਾਤਾਰ ਖੇਡਦਾ ਆ। ਇਹ ਸਾਰੇ ਸਮੇਂ ਦੇ ਵਿੱਚ ਸਾਰੀ ਦੁਨੀਆ ਹੀ ਸਿਆਣੀ ਹੋਈ ਆ। ਚਾਈਨਾ ਵੀ ਸਿਆਣਾ ਹੋਇਆ, ਰਸ਼ੀਆ ਵੀ ਸਿਆਣਾ ਹੋਇਆ, ਹਿੰਦੁਸਤਾਨ ਵੀ ਜਿਹੇ ਜਿਹਾ ਹੁਣ ਸਿਆਣਾ। ਅਸੀਂ ਤਾਂ ਸਾਰੇ ਨਾਲੋਂ ਸਿਆਣੇ ਆ ਵਰਲਡ ਦੇ ਵਿੱਚ ਨਾ। ਆਪਾਂ ਤਾਂ ਲੜਦੇ ਨਹੀਂ ਇੱਕ ਦੂਜੇ ਨਾਲ, ਆਪਣੇ 'ਤੇ ਤਾਂ ਕੋਈ ਅਸਰ ਨਹੀਂ। ਕਦੀ ਕੋਈ ਇੰਡੀਅਨ ਲੜਦਾ ਦੇਖਿਆ ਤੁਸੀਂ? ਮੈਂ ਤਾਂ ਨਹੀਂ ਦੇਖਿਆ ਹੈਗਾ। ਕੋਈ ਮਸਲਾ ਨਹੀਂ ਸਾਡੇ 'ਚ ਖੜ੍ਹਾ ਹੁੰਦਾ। ਤਾਂ ਕਿਸੇ ਵੀ ਕੰਟਰੀ ਦੇ ਵਿੱਚ ਉਹਨੂੰ ਡਿਸਟਰੋਏ ਕਰਨ ਵਾਸਤੇ ਮਾਹੌਲ ਕ੍ਰੀਏਟ ਕੀਤਾ ਜਾਂਦਾ। ਔਰ ਜਿਹੜੀਆਂ ਕੰਟਰੀਜ਼ ਜ਼ਿਆਦਾ ਸਟਰੋਂਗ ਹੁੰਦੀਆਂ, ਜਿਨ੍ਹਾਂ ਦੇ ਕੋਲ ਪੋਟੈਂਸ਼ੀਅਲ ਹੁੰਦਾ, ਤਾਂ ਉਹਨੂੰ ਘੁਣ ਲਾਇਆ ਜਾਂਦਾ। ਇੱਕ ਦਿਨ ਦੇ ਵਿੱਚ ਖ਼ਤਮ ਨਹੀਂ ਹੁੰਦਾ। ਅੱਜ ਅਸੀਂ ਜੇ ਗੱਲ ਕਰਦੇ ਹਾਂ, ਕਿਉਂਕਿ ਕਰੰਟ ਟੌਪਿਕ ਆਪਣਾ ਇਹੀ ਚੱਲ ਰਿਹਾ ਕਿ ਪੁਤਿਨ ਗਲਤ ਹੈ ਕਿ ਉਹ ਗਲਤ ਹੈ। ਉਹ ਆਪਣੀ ਕੰਟਰੀ ਵਾਸਤੇ ਲੜ ਰਿਹਾ, ਉਹਨੂੰ ਗਲਤ ਨਹੀਂ ਕਹਿ ਸਕਦੇ ਤੁਸੀਂ। ਹੁਣ ਮੇਰਾ ਘਰ ਕੋਈ ਖੋਹਣ ਆ ਜਾਏ, ਮੈਂ ਇਹ ਥੋੜ੍ਹਾ ਕਿ ਮੈਂ ਛੱਡ ਕੇ ਭੱਜੂਗਾ, ਮੈਂ ਤਾਂ ਲੜੂੰਗਾ। ਪੁਤਿਨ ਗੋਲੇ ਮਾਰ ਰਿਹਾ, ਬੰਬ ਮਾਰ ਰਿਹਾ, ਤਾਂ ਕਿਆ ਉਹ ਸਹੀ ਕਰ ਰਿਹਾ ਆਪਣਾ ਹੀ ਘਰ ਵਾਪਸ ਲੈਣ ਵਾਸਤੇ? ਬਿਲਕੁਲ ਸਹੀ ਨਹੀਂ ਕਰ ਰਿਹਾ। ਇੱਕ ਜਾਨਵਰ ਨੂੰ ਵੀ ਮਾਰਨ ਦਾ ਤੁਹਾਨੂੰ ਹੱਕ ਥੋੜ੍ਹਾ ਉਹਦਾ ਰਹਿਣ ਬਸੇਰਾ। ਇਹ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਦੇ ਉੱਤੇ ਬਿਲਕੁਲ ਸਹੀ ਨੇ। ਪਰ ਜੇ ਅਸੀਂ ਇਹਦਾ ਮੁੱਦਾ ਲੱਭਣ ਦੀ ਕੋਸ਼ਿਸ਼ ਕਰੀਏ, ਬੇਸਿਸ ਲੱਭਣ ਦੀ ਸ਼ੁਰੂ ਕਰੀਏ, ਤਾਂ ਇਹਦਾ ਕਲਪ੍ਰਿਟ ਕੌਣ ਹੈ? ਇਹਦਾ ਕਲਪ੍ਰਿਟ ਮੈਂ ਔਰ ਤੁਸੀਂ ਹੈ। ਕਿਉਂਕਿ ਇਹ ਸਿਚੁਏਸ਼ਨਸ ਅਸੀਂ ਕ੍ਰੀਏਟ ਕੀਤੀਆਂ ਨੇ। ਅਸੀਂ ਕਿਸੇ ਦੇ ਹੱਥਾਂ ਦੇ ਵਿੱਚ ਖੇਡ ਕੇ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਕਰਤੀ ਕਿ ਉਹ ਇਹਦੇ ਤੋਂ ਸਿਵਾ ਕੋਈ ਹੋਰ ਹੱਲ ਹੀ ਨਾ ਰਹਿ ਜਾਵੇ। ਅੱਜ ਹੁਣ ਇਹ ਜਿਹੜਾ ਨੈਟੋ ਹੈ, ਮੈਂ ਇਹਨੂੰ ਅਮਰੀਕਨ ਇੰਪੀਰੀਅਲਿਜ਼ਮ ਦਾ ਟੂਲ ਕਹਿਣਾ। ਇਹ ਤੁਸੀਂ ਇੱਧਰੋਂ ਜੋੜੀ ਜਾ ਰਹੇ, ਇੱਥੇ ਬੰਦੇ ਲਿਆ ਕੇ ਬਿਲਕੁਲ ਉੱਥੇ ਤੁਸੀਂ ਕੰਬੈਕਟ ਵਾਸਤੇ ਖੜਾ ਕਰਤਾ। ਤਾਂ ਕਿਆ ਚਾਈਨਾ ਨਹੀਂ ਕਰ ਰਿਹਾ? ਹਿੰਦੁਸਤਾਨ ਦੇ 4 ਛਪੇਰੇ ਇੱਧਰ ਉੱਧਰ ਹਰ ਜਗ੍ਹਾ ਉਹਨੇ ਤਾਂ ਮੁੱਲ ਲੈ ਲਈਆਂ ਚੀਜ਼ਾਂ। ਉਹ ਕਾਬਜ਼ ਹੋ ਗਿਆ, ਉੱਥੇ ਆਪਣੇ ਹਿਸਾਬ ਨਾਲ ਚੱਲ ਰਿਹਾ। ਤਾਂ ਰਸ਼ੀਆ ਨੇ ਕਿਆ ਤਿਆਰੀ ਨਹੀਂ ਕੀਤੀ ਹੋਣੀ? ਬਿਲਕੁਲ ਕੀਤੀ ਹੋਣੀ ਹੈ। ਅਮਰੀਕਾ ਦਾ ਡਾਲਰ ਕਿਆ ਰਾਜ ਨਹੀਂ ਕਰ ਰਿਹਾ? ਅੱਜ ਦੀ ਰੇਟ 'ਚ ਤੁਹਾਡਾ ਹਿੰਦੁਸਤਾਨ ਦਾ 1 ਰੁਪਈਆ 75 ਰੁਪਏ ਦਾ ਹੋ ਗਿਆ, ਉਹ ਉਨਾ ਹੋ ਗਿਆ। ਜਿਵੇਂ ਮਰਜ਼ੀ ਡੀਵੈਲਿਊ ਕਰੀ ਜਾਵੇ। ਅੱਜ ਉਹਨੇ ਕਹਿਤਾ ਮਾਸਟਰ ਕਾਰਡ ਤੇਰਾ ਚੱਲਣਾ ਨਹੀਂ ਹੈਗਾ ਜੀ, ਤੁਸੀਂ ਗਏ, ਤੁਹਾਡਾ ਬੈਂਕ ਨਹੀਂ ਚੱਲਣਾ। ਤਾਂ ਇਹ ਵੀ ਇੱਕ ਤਰ੍ਹਾਂ ਦੀ ਗੁੰਡਾਗਰਦੀ ਹੈ। ਇਹ ਵਾਰ ਨਹੀਂ ਹੈ, ਇਹ ਵੀ ਤਾਂ ਵਾਰ ਹੈ। ਹੁਣ ਉਹ ਮੁਲਕ ਦੀ ਵਾਰ ਨੂੰ ਅੱਗੇ ਵਧਾਈ ਜਾਣਾ। ਤਾਂ ਇਹ ਨਾ ਅੰਧਾ ਕੂਆਂ ਹੈ, ਇਹ ਕਸੂਸਰੀ ਖੱਡ ਹੈ। ਇਹਦੇ ਵਿੱਚ ਤੁਹਾਡੀ ਮੇਰੀ ਹਾਰ ਤਾਂ ਯਕੀਨੀ ਹੈ, ਤੁਹਾਡੀ ਮੇਰੀ ਜਾਨ ਤਾਂ ਗਈ, ਤੁਹਾਡਾ ਮੇਰਾ ਜੀਵਨ ਵੀ ਬਰਬਾਦ ਹੋ ਗਿਆ ਹੈ ਨਾ। ਸਾਡੇ ਆਸ-ਪਾਸ ਵਾਲਿਆਂ ਦਾ ਬਰਬਾਦ ਹੋ ਗਿਆ ਤਾਂ ਸਾਡਾ ਵੀ ਹੋ ਗਿਆ। ਇਫੈਕਟ ਸਾਰਿਆਂ 'ਤੇ ਆਉਣਾ। ਲੇਕਿਨ ਪਿੱਛੇ ਨਹੀਂ ਹਟ ਸਕਦਾ, ਕਿਉਂਕਿ ਜੇ ਅਮਰੀਕਾ ਨੂੰ ਨਕੇਲ ਨਹੀਂ ਪਾਉਂਦਾ ਰੂਸ, ਤਾਂ ਰੂਸ ਜਾਊਗਾ। ਅਤੇ ਜੇ ਅਮਰੀਕਾ ਉਹਦੇ 'ਤੇ ਅਟੈਕ ਕਰਦਾ, ਅਤੇ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਵਾਲੀ ਕਹਾਣੀ ਆ। ਉਹ ਉੱਧਰੋਂ ਬੜਕਾ ਮਾਰੀ ਜਾਂਦਾ, ਉਹ ਉੱਧਰੋਂ ਬੜਕਾ ਮਾਰੀ ਜਾਂਦਾ। ਜਿਵੇਂ ਨਾ ਤੁਸੀਂ ਦੇਖੋ ਕਿ 2 ਬੰਦੇ ਲੜਦੇ, ਮੈਂ ਮਾਰੂ ਤੇਰੇ, ਉਹਨੇ ਨਹੀਂ ਮਾਰਨੀ ਕਿਸੇ ਦੇ ਇੱਕ ਦੂਜੇ ਦੇ। ਲੇਕਿਨ ਇਹ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਡਿਟਰਮਿੰਡ ਹੈ ਇਸ ਵੇਲੇ ਪੁਤਿਨ, ਕਿ ਦਿਸ ਇਜ਼ ਮਾਈ ਲਾਸਟ ਐਂਡ ਓਨਲੀ ਚਾਂਸ। ਇਹਦੇ ਪਿੱਛੇ ਚਾਈਨਾ ਖੜ੍ਹਾ, ਚਾਈਨਾ ਦਾ ਕੰਟਰੋਲ ਸਾਰੇ ਦੁਨੀਆ ਦੇ ਉੱਪਰ ਹੈਗਾ। ਜਦੋਂ ਇਹਨਾਂ ਨੇ ਆਪਣੀ ਇਕੋਨਮੀ ਆਤਮ ਨਿਰਭਰ ਕਰ ਲਈ, ਜਿੱਥੇ ਡਾਲਰ ਦੀ ਜ਼ਰੂਰਤ ਹੀ ਨਹੀਂ, ਇਹਦੀ ਵੈਲਿਊ ਹੋ ਗਈ। ਇਹਨਾਂ ਨੇ ਜੇ ਗੈਸ ਸਪਲਾਈ ਸਾਰੀਆਂ ਬੰਦ ਗਈਆਂ, ਡੂ ਯੂ ਨੋ ਇੰਨੀਆਂ ਸੈਂਕਸ਼ਨਸ ਇਹਨਾਂ ਨੇ ਲਾਤੀਆਂ, ਲੇਕਿਨ ਸਾਰੇ ਯੂਰਪ ਦੇ ਵਿੱਚ ਅੱਜ ਵੀ ਗੈਸ ਜਿਹੜੀ ਹੈ ਉਹ ਰਸ਼ੀਆ ਤੋਂ ਜਾ ਰਹੀ ਹੈ, ਪਾਈਪਲਾਈਨਸ, ਦੇ ਹੈਵ ਨਾਟ ਬੀਨ ਸਟਾਪਡ। ਉਹਨੂੰ ਪੈਸੇ ਵੀ ਦੇ ਰਹੇ ਨੇ ਉਹ, ਠੀਕ ਹੈ। ਹਥਿਆਰ ਉਹਨੂੰ ਬਣਾਉਣੇ ਆਉਂਦੇ ਨੇ, ਚਾਈਨਾ ਨੂੰ, ਹਿੰਦੁਸਤਾਨ ਨੂੰ ਬਣਾਉਣੇ ਆਉਂਦੇ ਨੇ। ਹੁਣ ਖਤਰਾ ਜੇ ਇਹਨਾਂ ਨੂੰ ਕਿਤੇ ਵੀ ਹੈ ਤਾਂ ਇੰਡੀਆ ਤੋਂ ਹੈਗਾ। ਪਰ ਇੰਡੀਆ ਨੂੰ ਮਾਰਨਾ ਇੰਨਾ ਆਸਾਨ ਵੀ ਨਹੀਂ ਹੈ। ਅਸੀਂ ਵੱਡੇ ਹਾਂ, ਸਟਰੋਂਗ ਹਾਂ, ਕਿੰਨਾ ਵੀ ਅਸੀਂ ਲੜ ਲਈਏ ਤਾਂ ਉਹ ਕਹਾਣੀ ਹੈ। ਸੋ ਜਦੋਂ ਤੁਸੀਂ ਇਹ ਮੈਨੂੰ ਪੁੱਛਿਆ ਕਿ ਵੀ ਇਹ ਜੋ ਯੂਕਰੇਨ ਦੇ ਵਿੱਚ ਹੋਇਆ, ਕਿ ਸਿਰਫ ਯੂਕਰੇਨ ਦੇ ਵਿੱਚ ਹੀ ਹੋਊਗਾ? ਐਬਸੋਲਿਊਟਲੀ ਨਾਟ। ਹਰੇਕ ਕੰਟਰੀ ਓਨੀ ਹੀ ਵਨਰੇਬਲ ਹੈ ਜਿਹੜੀ ਇਹ ਵੱਡੀਆਂ ਪਾਵਰਸ ਦੇ ਉਹਦੇ ਟ੍ਰਿਗਰ 'ਤੇ। ਹਰੇਕ ਲੜਾਈ ਦੇ ਪਿੱਛੇ ਜਾਂ ਅਮਰੀਕਾ ਜਾਂ ਰਸ਼ੀਆ। ਤੁਹਾਡੀ ਮੇਰੀ ਜਿਹੜੀ ਮੁਹੱਲੇ ਦੀ ਲੜਾਈ ਹੈ ਨਾ ਜੀ, ਉਹਦੇ ਪਿੱਛੇ ਵੀ ਰਸ਼ੀਆ ਅਤੇ ਅਮਰੀਕਾ ਲੱਭੂਗਾ ਤੁਹਾਨੂੰ। ਤੁਸੀਂ ਕਹੋ ਯਾਰ ਇਹਦੇ ਪਿੱਛੇ ਕਿਵੇਂ? ਕਿਉਂਕਿ ਜੋ ਉਹਨੇ ਉੱਥੇ ਮੁੱਦਾ ਕ੍ਰੀਏਟ ਕੀਤਾ, ਉਹ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ। ਅੱਜ ਮੰਨ ਲਓ ਮੈਂ ਰੌਲਾ ਪਾ ਲੈਣਾ, ਉਹ ਮੈਨੂੰ ਇੱਕ ਖਾਸ ਤਰ੍ਹਾਂ ਦੇ ਲੋਕ ਅਮਰੀਕਾ ਤੋਂ ਪੈਸੇ ਵੀ ਭੇਜਣ ਲੱਗ ਜਾਣਗੇ, ਸਪੋਰਟ ਵੀ ਕਰਨ ਲੱਗ ਜਾਣਗੇ। ਮੈਨੂੰ ਸੋਸ਼ਲ ਮੀਡੀਆ 'ਤੇ ਵੀ ਸਪੋਰਟ ਮਿਲਣਾ ਸ਼ੁਰੂ ਹੋ ਜਾਊਗਾ। ਤੁਸੀਂ ਮੇਰੇ ਨਾਲ ਲੜ ਪਏ ਵੀ ਤੂੰ ਗਲਤ ਕਰ ਰਿਹਾ, ਤਾਂ ਉਹਨਾਂ ਦਾ ਕੰਮ ਤਾਂ ਹੋ ਗਿਆ ਨਾ। ਸਵਾਲ ਇਹ ਨਹੀਂ ਕਿ ਤੁਸੀਂ ਮੇਰੇ ਨਾਲ ਹੋ ਜਾਂ ਮੇਰੇ ਅਗੇਂਸਟ ਹੋ।
ਸੋ ਆਲ ਥੀਸ ਥਿੰਗਸ ਆਰ ਕ੍ਰੀਏਟਡ ਐਂਡ ਆਲ ਥੀਸ ਥਿੰਗਸ ਆਰ ਯੂਜ਼ਲੈਸ, ਜਿਨ੍ਹਾਂ ਦਾ ਕੋਈ ਬੇਸ ਨਹੀਂ ਹੈਗਾ। ਸੋ ਯੂਕਰੇਨ, ਐਵਰੀ ਕੰਟਰੀ ਇਜ਼ ਯੂਕਰੇਨ। ਅੱਜ ਦੀ ਘੜੀ ਮਤਲਬ ਇਹ ਵਰਡ ਮੈਨੂੰ ਯੂਜ਼ ਨਹੀਂ ਕਰਨਾ ਚਾਹੀਦਾ ਕਿ ਮੈਂ ਕਹਾਂ ਕਿ ਆਈ ਐਮ ਹੈਪੀ ਟੂ ਸੀ ਦੈਟ ਅੱਜ ਦੀ ਘੜੀ ਦੇ ਵਿੱਚ ਰਸ਼ੀਆ ਐਂਡ ਅਮੈਰੀਕਾ ਇਜ਼ ਆਲਸੋ ਲਾਈਕ ਯੂਕਰੇਨ। ਜਦ ਕਿ ਪਹਿਲਾਂ ਇਹ ਐਕਸਕਲੂਡਡ ਰਹਿੰਦੇ ਸੀ, ਬਾਹਰ ਰਹਿੰਦੇ ਸੀ ਇਹ, ਔਰ ਲੋਕਾਂ ਨੂੰ ਲੜਵਾਉਂਦੇ ਸੀਗੇ ਨਾ। ਇਹ ਹੋ ਗਿਆ, ਜਰਮਨ ਹੋ ਗਿਆ, ਜਰਮਨ ਤਾਂ ਫਿਰ ਵੀ ਵਨਰੇਬਲ ਸੀਗਾ, ਫਰਾਂਸ, ਇਟਲੀ, ਗ੍ਰੇਟ ਬ੍ਰਿਟੇਨ, ਕੈਨੇਡਾ, ਅਮਰੀਕਾ, ਰਸ਼ੀਆ, ਇਹ ਬਾਹਰ ਬੈਠੇ ਆ, ਚਾਈਨਾ ਤਮਾਸ਼ਾ ਦੇਖ ਰਹੇ ਨੇ, ਹੋਰ ਕਿਸੇ ਵੀ ਕੰਟਰੀ ਨੂੰ ਕੁਛ ਵੀ ਮੁੱਦਾ ਬਣਾ ਕੇ ਲੜ ਰਹੇ ਨੇ, ਨੈਟੋ ਮਾਰ ਰਿਹਾ, ਸਭ ਹੋ ਰਿਹਾ, ਪੈਸਾ ਕੰਟਰੋਲ ਕਰ ਰਹੇ ਨੇ, ਸਭ ਕੁਝ ਕੰਟਰੋਲ ਕਰ ਰਹੇ। ਤੁਸੀਂ ਕੀ ਸੋਚੋਗੇ, ਕੀ ਬੋਲੋਗੇ, ਇਹ ਵੀ ਕੰਟਰੋਲ ਕਰ ਰਹੇ, ਕਿਉਂਕਿ ਮੀਡੀਆ ਸਾਰਾ ਕੰਟਰੋਲ ਕਰ ਰਹੇ ਨੇ, ਕਿਵੇਂ ਤੁਸੀਂ ਕਰੋ। ਬਟ ਅੱਜ ਇਹ ਕਹਾਣੀ ਹੋ ਗਈ ਕਿ ਨਾਓ ਵੀ ਆਰ ਆਲ ਇਨ ਦ ਸੇਮ ਬੋਟ। ਵੱਡੇ ਸਾਨਾਂ ਦੀ ਜਿਹੜੀ ਭੇੜ ਹੈ, ਤੁਹਾਡੇ ਮੇਰੇ ਦੀ ਤਾਂ ਕੋਈ ਔਕਾਤ ਨਹੀਂ ਹੈ, ਮਤਲਬ ਫੋਰਗਿਵ ਮੀ ਟੂ ਸੇ, ਅਸੀਂ ਤਾਂ ਕੀੜੇ ਮਕੌੜੇ ਜਦੋਂ ਮਰਜ਼ੀ ਮਸਲ ਦਾਂਗੇ। ਵਰਡ ਇੱਕ ਉਹਦੇ 'ਚ ਹੁੰਦਾ ਹਾਰਾਕੀਰੀ, ਜੈਪਨੀਜ਼ ਦੇ ਵਿੱਚ ਖੁਦਕੁਸ਼ੀ, ਜਦੋਂ ਪਰਲ ਹਾਰਬਰ 'ਤੇ ਮਾਰਿਆ ਸੀ ਨਾ, ਵਿੱਚ ਮਾਰਦੇ ਸੀ ਲਿਜਾ ਕੇ ਜਹਾਜ਼, ਦੈਟ ਇਜ਼ ਕਾਲਡ ਹਾਰਾਕੀਰੀ। ਤੋ ਸਾਡੇ ਤੁਹਾਡੇ ਵਰਗੇ ਤਾਂ ਹਾਰਾਕੀਰੀ ਕਰਵਾ ਦਿੰਦੇ ਨੇ ਸਾਡੇ ਨੂੰ। ਤੋ ਮਾਰਕ ਮਾਈ ਵਰਡਸ, every country in the world Ukraine can happen and they can make it happen ਜਦ ਤੱਕ ਅਸੀਂ ਇਵੋਲਵ ਨਹੀਂ ਹੁੰਦੇ। ਸੋ ਦੈਟ ਇਜ਼ ਵਾਟ ਆਈ ਥਿੰਕ। ਸਤਿ ਸ਼੍ਰੀ ਅਕਾਲ, ਫਿਰ ਮਿਲਾਂਗੇ।